ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਬਾਣੀ ਅਰਥ ਵਿਚਾਰ ਦੇ ਲਈ ਜੋ ਨਿਯਮ ਵਿਚਾਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਨਿਯਮ ਇੱਕ ਸ਼ੈਲੀ ਹੈ ਉਸ਼ਟਲਿਸ਼ਟ ਕਾ ਪ੍ਰਮਾਣ ਸ਼ੈਲੀ। ਇਸ ਸ਼ੈਲੀ ਦੇ ਵਿੱਚ ਬਹੁਤ ਬਾਣੀ ਉਚਾਰਨ ਹੋਈ ਹੈ ਔਰ ਇਸ ਨੂੰ ਮਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਅਰਥ ਕਰਦੇ ਹਾਂ, ਕਿਉਂਕਿ ਇਸ ਸ਼ੈਲੀ ਨੂੰ ਭੁੱਲਣ ਦੇ ਕਾਰਨ ਬਹੁਤ ਸਾਰੇ ਅਰਥ ਜਿਹੜੇ ਨੇ ਉਹਨਾਂ ਦੇ ਅਨਰਥ ਹੋ ਰਹੇ ਨੇ ਅਤੇ ਅਸੀਂ ਇਹ ਧਿਆਨ ਨਹੀਂ ਦਿੰਦੇ ਕਿ ਉਸ ਕਿਸੇ ਸ਼ਬਦ ਵਿੱਚੋਂ, ਉਸ ਪੌੜੀ ਵਿੱਚੋਂ, ਉਸ ਸ਼ਬਦ ਵਿੱਚੋਂ, ਉਸ ਛੰਦ ਵਿੱਚੋਂ ਸਾਡੇ ਲਈ ਕੀ ਉਪਦੇਸ਼ ਹੈ। ਅਤੇ ਗੁਰੂ ਸਾਹਿਬ ਨੇ ਉਹਦੇ ਵਿੱਚ ਉਹ ਪੰਕਤੀਆਂ ਜਿਨ੍ਹਾਂ ਵਿੱਚ ਸਾਡੇ ਲਈ ਉਪਦੇਸ਼ ਨਹੀਂ ਹੈ ਬਲਕਿ ਸੰਸਾਰ ਵਿੱਚ ਜੋ ਚੱਲ ਰਿਹਾ ਹੁੰਦਾ ਹੈ ਉਹਦਾ ਗੁਰੂ ਜੀ ਜ਼ਿਕਰ ਕਰ ਰਹੇ ਹੁੰਦੇ ਨੇ। ਇਸ ਸ਼ੈਲੀ ਵਿੱਚ ਇਹ ਹੈ ਕਿ ਪਹਿਲੇ ਸੰਸਾਰ ਵਿੱਚ ਜੋ ਵਰਤਾਰਾ ਸੀ, ਜੋ ਕਿ ਸੰਸਾਰ ਦੇ ਲੋਕ ਵੱਖ-ਵੱਖ ਫਿਰਕਿਆਂ ਵਾਲੇ ਧਰਮ ਦੇ ਨਾਂ 'ਤੇ ਕਰ ਰਹੇ ਸਨ, ਗੁਰੂ ਸਾਹਿਬ ਉਹਦਾ ਜ਼ਿਕਰ ਪਹਿਲਾਂ ਕਰਦੇ ਨੇ 1-2-4 ਪੰਕਤੀਆਂ ਵਿੱਚ, ਅਤੇ ਉਸ ਤੋਂ ਬਾਅਦ ਫਿਰ ਆਪਣੀ ਤਰਫੋਂ ਜੋ ਉਹਨਾਂ ਦੇ ਆਪਣੇ ਓਪੀਨੀਅਨ ਸਨ, ਜੋ ਆਪਣੇ ਉਹਨਾਂ ਦੇ ਗਿਆਨ ਸੀ ਰੱਬੀ ਜੋ ਉਹਨਾਂ ਨੂੰ ਮਿਲਿਆ ਸੀ, ਜੋ ਸਾਡੇ ਲਈ ਹੈ ਉਹ ਉਸ ਸ਼ਬਦ ਦੀ ਕਿਸੇ 1-2 ਪੰਕਤੀਆਂ ਦੇ ਵਿੱਚੋਂ ਗੁਰੂ ਸਾਹਿਬ ਸਪਸ਼ਟ ਕਰਦੇ ਹਨ। ਐਸੀ ਸ਼ੈਲੀ ਨੂੰ ਇਹ ਉਸ਼ਟਲਿਸ਼ਟ ਕਾ ਪ੍ਰਮਾਣ ਸ਼ੈਲੀ ਕਹਿੰਦੇ ਨੇ। ਜਿਵੇਂ ਮਿਸਾਲ ਦੇ ਤੌਰ 'ਤੇ ਜਪਜੀ ਸਾਹਿਬ ਦੀ ਪੰਕਤੀ ਹੈ, ਇਹ ਪੌੜੀ ਹੈ, ਏਕਾ ਮਾਈ ਜੁਗਤ ਵੇ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ, ਜਿਵੇਂ ਤਿਸ ਭਾਵੈ ਤਿਵੇਂ ਚਲਾਵੇ ਜੀ ਹੋਵੇ ਫਰਮਾਨ। ਇਹਦੇ ਅਰਥ ਇਸ ਤਰ੍ਹਾਂ ਵੀ ਕੀਤੇ ਜਾਂਦੇ ਰਹੇ ਹਨ ਕਿ ਇੱਕ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋ ਗਈ, ਏਕਾ ਮਾਈ ਜੁਗਤ ਵਿਆਹੀ ਕਿਸੇ ਜੁਗਤੀ ਨਾਲ ਵਿਆਹੀ ਗਈ ਪ੍ਰਸੂਤ ਹੋ ਗਈ, 3 ਚੇਲੇ ਪ੍ਰਵਾਨ, ਉਹਦੇ 'ਚੋਂ 3 ਚੇਲੇ ਪੈਦਾ ਹੋਏ ਉਸਦੇ, ਜਿਨ੍ਹਾਂ 'ਚੋਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ, ਭਾਵ ਇੱਕ ਸੰਸਾਰ ਪੈਦਾ ਕਰਨ ਵਾਲਾ, ਇੱਕ ਭੰਡਾਰ ਲਾਉਣ ਵਾਲਾ ਪਾਲਣਾ ਕਰਨ ਵਾਲਾ, ਇੱਕ ਲੈ ਦੀਵਾਨ ਇੱਕ ਚਹਿਰੀ ਲਾਉਣ ਵਾਲਾ ਮਾਰਨ ਸੰਘਾਰਨ ਵਾਲਾ, ਭਾਵ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਨੂੰ ਇਹ ਦੱਸਿਆ ਗਿਆ ਕਿ ਜਾਨੀ ਮਾਇਆ ਤੋਂ ਇਹ 3 ਦੇਵਤੇ ਪੈਦਾ ਹੋਏ ਅਤੇ ਇਹ ਸੰਸਾਰ ਦਾ ਕੰਮ ਚਲਾ ਰਹੇ ਨੇ। ਇਸ ਤਰੀਕੇ ਨਾਲ 3 ਮਹਿਕਮੇ ਇਹਨਾਂ ਕੋਲ ਵੰਡੇ ਹੋਏ ਨੇ, ਪਰ ਐਸੇ ਅਰਥ ਨਹੀਂ ਹਨ। ਇਹ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ ਇਹ ਗੁਰੂ ਜੀ ਸੰਸਾਰ ਦੇ ਵਿਚਾਰ ਜਿਹੜੇ ਸਨ, ਗੁਰੂ ਸਾਹਿਬ ਦੇ ਵਕਤ ਜੋ ਸੰਸਾਰ ਸੋਚ ਰਿਹਾ ਸੀ ਕੁਦਰਤ ਦੇ ਬਾਰੇ, ਪਰਮਾਤਮਾ ਦੇ ਬਾਰੇ, ਉਹ ਖਿਆਲ ਦੱਸ ਰਹੇ ਨੇ ਕਿ ਇਹ ਲੋਕਾਂ ਦਾ ਖਿਆਲ ਹੈ ਕਿ ਮਾਇਆ ਕਿਸੇ ਤਰੀਕੇ ਨਾਲ ਪ੍ਰਸੂਤ ਹੋ ਗਈ, ਉਹਦੇ 'ਚੋਂ 3 ਚੇਲੇ ਪ੍ਰਵਾਨ ਹੋਏ, ਇਹ ਇੱਕ ਸੰਸਾਰੀ ਭੰਡਾਰੀ ਇੱਕ ਲੈ ਦੀਵਾਨ ਵਾਲਾ। ਪਰ ਗੁਰੂ ਜੀ ਦਾ ਆਪਣਾ ਜੋ ਵਿਚਾਰ ਹੈ ਉਹ ਅਗਲੀਆਂ ਪੰਕਤੀਆਂ ਵਿੱਚ ਹੈ, ਜੀਵ ਤਿਸ ਭਾਵੈ ਤਿਵੇਂ ਚਲਾਵੈ ਜੀ ਹੋਵੇ ਫਰਮਾਨ, ਕਿ ਜਿਸ ਤਰ੍ਹਾਂ ਉਸ ਪਰਮਾਤਮਾ ਨੂੰ ਪਾਉਂਦਾ ਹੈ ਇਸ ਤਰ੍ਹਾਂ ਉਹ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਪੈਦਾ ਕਰਨਾ, ਪਾਲਣਾ, ਮਾਰਨਾ ਇਹ ਸਭ ਕੁਝ ਉਸਦੇ ਆਪਣੇ ਹੱਥ ਵਿੱਚ ਹੈ। ਜਿਵੇਂ ਉਸ ਨੂੰ ਪਾਉਂਦਾ ਇਸ ਤਰ੍ਹਾਂ ਉਹ ਚਲਾਉਂਦਾ ਹੈ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਉਹ ਇਹਨਾਂ ਸੰਸਾਰ ਦੇ ਜੀਵਾਂ ਨੂੰ ਸਾਰਿਆਂ ਨੂੰ ਵੇਖਦਾ, ਸੰਭਾਲ ਪਾਲਣਾ ਕਰ ਰਿਹਾ ਹੈ, ਪਰ ਇਹਨਾਂ ਜੀਵਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਕਿ ਪੈਦਾ ਕਰਨ ਵਾਲਾ ਉਹ ਹੈ, ਪਾਲਣ ਵਾਲਾ ਹੈ, ਮਾਰਨ ਵਾਲਾ ਹੈ। ਇਹ ਚੀਜ਼ ਇਨਸਾਨ ਦੀ ਨਜ਼ਰ ਗੋਚਰੇ ਨਹੀਂ, ਇਨਸਾਨ ਦੀ ਸਮਝ ਵੀ ਨਹੀਂ ਆਉਂਦੀ ਕਿ ਉਹ ਕਰ ਰਿਹਾ ਹੈ, ਪਰ ਅਸੀਂ ਉਸਨੂੰ ਵੇਖ ਨਹੀਂ ਰਹੇ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਇਹ ਇਸ ਪੌੜੀ ਵਿੱਚੋਂ ਇਹ ਗੱਲ ਚੀਜ਼ ਸਪਸ਼ਟ ਹੈ ਕਿ ਪਹਿਲੀਆਂ ਪੰਕਤੀਆਂ ਜਿਹੜੀਆਂ ਨੇ ਇਹ ਗੁਰੂ ਸਾਹਿਬ ਸੰਸਾਰ ਵਿੱਚ ਜੋ ਵਰਤਾਰਾ ਚੱਲ ਰਿਹਾ ਸੀ ਉਹਦਾ ਜ਼ਿਕਰ ਕਰ ਰਹੇ ਨੇ, ਅਤੇ ਉਹਨਾਂ ਵਿੱਚੋਂ ਸਾਡੇ ਲਈ ਕੋਈ ਉਪਦੇਸ਼ ਨਹੀਂ ਮੰਨਣ ਵਾਲਾ। ਸਾਡੇ ਕੋਲ ਮੰਨਣ ਵਾਲੀ ਗੱਲ ਇਹ ਹੈ ਕਿ ਜੀਵ ਦਿਸ ਭਾਵੈ ਤਿਵੇਂ ਚਲਾਵੇ ਜੀ ਹੋਇਆ ਫਰਮਾਨ, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੀ ਵਿਡਾਨ। ਇਸੇ ਤਰ੍ਹਾਂ ਹੀ ਇਹ ਪੰਕਤੀ ਹੈ, ਮਹਿਲੇ ਦੂਜੇ ਦੀ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ। ਇੱਥੇ ਤੱਕ ਜਿਹੜਾ ਹੈ ਸੰਸਾਰ ਦਾ ਖਿਆਲ ਹੈ ਕਿ ਦੁਨੀਆ ਨੇ ਇਹ ਵਰਨ ਵੰਡ ਕੀਤੀ ਹੋਈ ਸੀ ਬਈ ਜੋਗੀਆਂ ਦਾ ਕੰਮ, ਜੋਗੀਆਂ ਦਾ ਸ਼ਬਦੰ ਤੋਂ ਭਾਵ ਗਿਆਨ ਹੈ, ਜੋਗ ਸ਼ਬਦੰ ਗਿਆਨ ਸ਼ਬਦੰ, ਕਿ ਜੋਗੀ ਆਪਣਾ ਧਰਮ ਸਮਝਦੇ ਨੇ ਕਿ ਬਈ ਗਿਆਨ ਪ੍ਰਾਪਤੀ ਕਰਨੀ ਇਹ ਸਾਡਾ ਧਰਮ ਹੈ। ਵੇਦ ਸ਼ਬਦੰ ਬ੍ਰਾਹਮਣਾ, ਅਤੇ ਬ੍ਰਾਹਮਣ ਆਪਣਾ ਧਰਮ ਬਣਾਈ ਬੈਠੇ ਸਨ ਕਿ ਵੇਦ ਸ਼ਾਸਤਰ ਪੜ੍ਹਨੇ ਪੜ੍ਹਾਉਣੇ ਇਹ ਸਾਡਾ ਧਰਮ ਹੈ। ਇਹ ਸਨਾਤਨੀ ਵਰਨ ਵੰਡ ਹੈ, ਇਹ ਸਿੱਖੀ ਦੀ ਮਰਿਆਦਾ ਨਹੀਂ। ਖੱਤਰੀ ਸ਼ਬਦੰ ਸੂਰ ਸ਼ਬਦੰ, ਅਤੇ ਖਸ਼ਤਰੀਆਂ ਦਾ ਕੰਮ ਸੀ ਸੂਰਮਿਆਂ ਵਾਲੇ ਕਰਮ ਕਰਨੇ, ਜੰਗ ਯੁੱਧ ਕਰਨੇ, ਦੇਸ਼ ਦੀ ਰਾਖੀ ਕਰਨੀ। ਸ਼ੂਦਰ ਸ਼ਬਦੰ ਪ੍ਰਾਕ੍ਰਿਤ, ਅਤੇ ਸ਼ੂਦਰਾਂ ਦਾ ਧਰਮ ਇਹ ਮੰਨ ਲਿਆ ਗਿਆ ਕਿ ਪਰਾਈ ਕਿਰਤ ਕਰਨੀ, ਦੂਜੀਆਂ ਸ਼੍ਰੇਣੀਆਂ ਦੀ ਸੇਵਾ ਕਰਨੀ, ਇਹ ਸ਼ੂਦਰਾਂ ਦੇ ਹਿੱਸੇ ਇਹ ਕੰਮ ਪਾ ਦਿੱਤਾ ਗਿਆ। ਇਹ ਅਨਮਤੀ ਖਿਆਲ ਵਿਚਾਰ ਸਨ। ਇਹ ਉਸ ਵਕਤ ਸੰਸਾਰ ਵਿੱਚ ਜੋ ਵਰਤਾਰਾ ਹੋ ਰਿਹਾ ਸੀ ਉਹ ਚੱਲ ਰਿਹਾ ਸੀ, ਉਹਦਾ ਜ਼ਿਕਰ ਗੁਰੂ ਜੀ ਨੇ ਕੀਤਾ। ਇਹ ਕਰਕੇ ਗੁਰੂ ਜੀ ਜਿਹੜਾ ਆਪਣਾ ਗਿਆਨ, ਆਪਣੀ ਵੱਲੋਂ ਜੋ ਗਿਆਨ ਉਹਨਾਂ ਨੂੰ ਪ੍ਰਭੂ ਨੇ ਦਿੱਤਾ ਆਪਣੇ ਬਾਰੇ, ਉਹ ਦੱਸ ਰਹੇ ਨੇ ਕਿ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ। ਸਰਬ ਸ਼ਬਦੰ ਭਾਵ ਸਾਰਿਆਂ ਦਾ ਧਰਮ, ਏਕ ਸ਼ਬਦੰ ਇੱਕ ਹੀ ਧਰਮ ਹੈ ਸਾਰਿਆਂ ਦਾ, ਜੇ ਕੋ ਜਾਣੈ ਪਿਓ। ਇਸ ਭੇਦ ਦੀ ਗੱਲ ਨੂੰ ਅਗਰ ਕੋਈ ਸਮਝੇ, ਇਸ ਗਿਆਨ ਦੀ ਗੱਲ ਨੂੰ ਅਗਰ ਕੋਈ ਸਮਝੇ
ਕਿ ਇਨਸਾਨਾਂ ਦੇ ਵੱਖ-ਵੱਖ ਧਰਮ ਨਹੀਂ ਹਨ, ਇਹ ਬੰਦਿਆਂ ਦੇ ਵੰਡੇ ਹੋਏ ਇਹ ਵਰਨ ਆਸ਼ਰਮ ਨੇ ਤੇ ਵੱਖ-ਵੱਖ ਧਰਮ ਬੰਦਿਆਂ ਨੇ ਵੰਡੇ ਨੇ। ਪਰਮਾਤਮਾ ਵੱਲੋਂ ਜਿਹੜਾ ਧਰਮ ਹੈ ਇਨਸਾਨ ਵਾਸਤੇ ਉਹ ਵੱਖ-ਵੱਖ ਨਹੀਂ ਹਨ, ਉਹ ਹਰ ਇਨਸਾਨ ਲਈ ਇੱਕੋ ਹੀ ਧਰਮ ਹੈ। ਅਗਰ ਇਸ ਗੱਲ ਨੂੰ ਕੋਈ ਸਮਝਦਾ ਹੈ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ, ਮੈਂ ਨਾਨਕ ਉਹਦੇ ਚਰਨਾਂ ਦਾ ਦਾਸ ਹਾਂ, ਉਹ ਹੀ ਨਿਰੰਜਨ ਦਿਓ ਹੈ, ਰੱਬ ਦਾ ਰੂਪ ਹੈ ਉਹ ਇਨਸਾਨ ਜਿਹੜਾ ਇੱਕ ਸੱਚੇ ਧਰਮ ਰੱਬੀ ਹੁਕਮ ਰੱਬੀ ਪਾਣੇ ਰੱਬੀ ਰਜ਼ਾ ਵੀ ਤੁਰਨਾ ਆਪਣਾ ਧਰਮ ਸਮਝਦਾ ਹੈ। ਇਹ ਹੈ ਇੱਕ ਧਰਮ, ਵੱਖ-ਵੱਖ ਧਰਮ ਨਹੀਂ ਹਨ। ਇਹ ਸ਼ਬਦ ਇਹ ਦ੍ਰਿੜ ਕਰਾਉਂਦਾ ਹੈ। ਤੋ ਇਸ ਸ਼ਲੋਕ ਦੇ ਵਿੱਚ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ, ਯੋਗ ਸ਼ਬਦ ਨੂੰ, ਗਿਆਨ ਸ਼ਬਦ ਨੂੰ, ਵੇਦ ਸ਼ਬਦ ਨੂੰ, ਬ੍ਰਾਹਮਣਾ ਖੱਤਰੀ ਸ਼ਬਦ ਨੂੰ, ਸੂਰ ਸ਼ਬਦ ਨੂੰ, ਸ਼ੂਦਰ ਸ਼ਬਦ ਨੂੰ, ਪ੍ਰਾਕ੍ਰਿਤ, ਇਹਨਾਂ ਵਿੱਚ ਸਾਡੇ ਲਈ ਕੋਈ ਉਪਦੇਸ਼ ਨਹੀਂ ਹੈ। ਇਹ ਪੰਕਤੀਆਂ ਜਿਹੜੀਆਂ ਨੇ ਸਮਾਜ ਦੀ ਹਾਲਤ ਦੱਸ ਰਹੀਆਂ ਨੇ ਕਿ ਸਮਾਜ ਦੀ ਕੈਸੀ ਸੋਚ ਬਣੀ ਹੋਈ ਸੀ, ਕੈਸੇ ਵਿਧਾਨ ਬਣੇ ਹੋਏ ਸਨ। ਪਰ ਆਪਣਾ ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਉਹ ਅਗਲੀ ਪੰਕਤੀ ਚਾਹੇ ਸਰਬ ਸ਼ਬਦ ਏਕ ਸ਼ਬਦ ਜੇ ਕੋਈ ਜਾਣਾ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਬਹੁਤ ਸਾਰੇ ਸਾਡੇ ਸਿੱਖ ਪ੍ਰਚਾਰਕ ਵੀ ਐਸਾ ਸਟੇਜਨ ਦੇ ਬੋਲਦੇ ਨੇ ਕਿ ਧਰਮ ਸਾਰੇ ਹੀ ਚੰਗੇ ਨੇ ਜੀ, ਵੱਖ-ਵੱਖ ਧਰਮ ਨੇ ਜੀ। ਧਰਮ ਵੱਖ-ਵੱਖ ਹੈ ਹੀ ਨਹੀਂ ਹਨ। ਗੁਰਬਾਣੀ ਇੱਕੋ ਹੀ ਧਰਮ ਦੱਸਦੀ ਹੈ, ਸਗਲ ਧਰਮ ਮੇ ਸ਼ੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਨਿਰਮਲ ਕਰਮ ਕਰਨੇ, ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਭੈ ਭਾਵਨਾ ਵਿੱਚ ਰਹਿ ਕੇ, ਉਹਦੀ ਰਜ਼ਾ ਵਿੱਚ ਚੱਲ ਕੇ ਰੱਬੀ ਰਜ਼ਾ ਦੇ ਕੰਮ ਕਰਨੇ, ਇਹ ਧਰਮ ਹੈ। ਹੋਰ ਕੋਈ ਧਰਮ ਨਹੀਂ ਹੈ ਜਿਹੜੇ ਅਸੀਂ ਬਣਾਏ ਬੈਠੇ ਹਾਂ। ਇਹ ਫਿਰਕੇ ਬਣਾਈ ਬੈਠੇ ਹਾਂ ਅਸੀਂ ਲੋਕ ਵੱਖ-ਵੱਖ, ਅਤੇ ਫਿਰ ਇਹਨਾਂ ਨੂੰ ਫਿਰਕਿਆਂ ਨੂੰ ਧਰਮ ਸਮਝ ਕੇ ਆਪਸ ਵਿੱਚ ਲੜਦੇ ਭਿੜਦੇ ਰਹਿੰਦੇ ਵੀ ਇਹ ਬੰਦਾ ਮੇਰੇ ਧਰਮ ਦਾ, ਇਹ ਮੇਰੇ ਧਰਮ ਦਾ ਨਹੀਂ। ਪਰਮਾਤਮਾ ਵੱਲੋਂ ਧਰਮ ਵੱਖ-ਵੱਖ ਨਹੀਂ ਬਣਾਏ ਗਏ। ਹਰ ਇਨਸਾਨ ਦਾ, ਸਾਰੇ ਸੰਸਾਰ ਦਾ ਸਾਂਝਾ ਧਰਮ ਇੱਕੋ ਹੀ ਹੈ, ਕਿਉਂਕਿ ਪਰਮਾਤਮਾ ਇੱਕ ਸਾਂਝਾ ਹੈ ਅਤੇ ਪਰਮਾਤਮਾ ਜਦੋਂ ਇੱਕ ਹੈ ਤਾਂ ਉਹਦਾ ਧਰਮ ਵੀ ਇੱਕ ਹੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਤੁਹਾਨੂੰ ਗੁਰਬਾਣੀ ਮਿਲ, ਜਿਸ ਤਰ੍ਹਾਂ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਾਈਆਂ, ਕੋਈ ਅਲਾ ਹੈ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ। ਪੂਰਾ ਸ਼ਬਦ ਤੁਸੀਂ ਦੇਖੋ, ਇਸ ਸ਼ਬਦ ਦੀ ਗੁਰੂ ਜੀ ਅਨਮਤ ਦੇ ਜਿਹੜੇ ਵਰਤਾਰੇ ਚੱਲ ਰਹੇ ਸਨ ਉਹ ਕਰ ਰਹੇ ਨੇ ਵੀ ਕੋਈ ਰਾਮ ਰਾਮ ਬੋਲ ਰਿਹਾ, ਕੋਈ ਖੁਦਾ ਖੁਦਾ ਕਰ ਰਿਹਾ, ਕੋਈ ਤੀਰਥ ਨਹਾ ਰਿਹਾ ਹੈ, ਕੋਈ ਸਵੇਦ ਕੱਪੜੇ ਪਹਿਨਣਾ ਆਪਣਾ ਧਰਮ ਦਾ ਸਮਝਦਾ ਹੈ, ਕੋਈ ਹਰੇ ਬਸਤਰ ਪਹਿਨਦਾ ਹੈ, ਕੋਈ ਹੱਜ ਕਰਦਾ ਹੈ, ਕੋਈ ਤੀਰਥ ਯਾਤਰਾ ਕਰਦਾ ਹੈ। ਇਹ ਸਾਡੇ ਲਈ ਇਹਨਾਂ ਪੰਕਤੀਆਂ ਵਿੱਚ ਕੋਈ ਉਪਦੇਸ਼ ਨਹੀਂ। ਸਾਡੇ ਉਪਦੇਸ਼ ਆਖਰੀ ਪੰਕਤੀ ਹੈ, ਕੋਹ ਨਾਨਕ ਜੀ ਨੇ ਹੁਕਮ ਪੁਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇੱਕ ਗੁਰਸਿੱਖ ਲਈ, ਗੁਰਬਾਣੀ ਮੰਨਣ ਵਾਲੇ ਲਈ ਇਹ ਉਪਦੇਸ਼ ਹੈ ਕਿ ਕੋਹ ਨਾਨਕ ਜੀ ਨੇ ਹੁਕਮ ਪੁਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਸ ਨੇ ਹੁਕਮ ਨਹੀਂ ਪਛਾਣਿਆ, ਭਾਵੇਂ ਤੀਰਥ ਨਾ ਆਏ, ਭਾਵੇਂ ਹੱਜ ਕਰੇ, ਤੇ ਭਾਵੇਂ ਪੂਜਾ ਕਰੇ, ਤੇ ਭਾਵੇਂ ਨਮਾਜ਼ ਪੜ੍ਹੇ, ਗੱਲ ਹੁਕਮ ਸਮਝਣ ਦੀ ਹੈ, ਰੱਬੀ ਪਾਣਾ ਰੱਬੀ ਨਿਯਮ ਧਰਮ ਸਮਝਣ ਦੀ ਹੈ। ਜਿਸ ਨੂੰ ਇਹ ਸਮਝ ਨਹੀਂ ਆਈ ਉਹ ਉਸਦਾ ਕੁਝ ਵੀ ਕੀਤਾ ਹੋਇਆ ਸਭ ਕਰਮ ਕਾਂਡ ਹੈ। ਉਹ ਨਾਨਕ ਜੀ ਨੇ ਹੁਕਮ ਪਛਾਤਾ, ਹੁਕਮ ਪਛਾਣ ਲਿਆ ਤੇ ਉਹਦਾ ਪੂਜਾ ਕੀਤੀ ਵੀ ਪ੍ਰਮਾਣ, ਉਹਦੀ ਨਮਾਜ਼ ਪੜ੍ਹੀ ਵੀ ਪ੍ਰਮਾਣ ਹੈ। ਹੁਣ ਫਰੀਦ ਜੀ ਨਮਾਜ਼ ਪੜ੍ਹਨ ਵਾਲੇ ਸਨ, ਉਹਨੇ ਰੱਬੀ ਹੁਕਮ ਨੂੰ ਪਛਾਣ ਲਿਆ, ਗੁਰਬਾਣੀ ਵਿੱਚ ਪ੍ਰਮਾਣ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਬਾਣੀ ਦਰਜ ਹੈ। ਤੋ ਰਾਮਾਨੰਦ ਜੀ ਬ੍ਰਾਹਮਣ ਸਨ, ਰਵਿਦਾਸ ਜੀ, ਨਾਮਦੇਵ ਜੀ ਆਖੀਆਂ ਜਾਂਦੀਆਂ ਅਖੌਤੀ ਛੋਟੀਆਂ ਜਾਤਾਂ ਵਿੱਚੋਂ ਸਨ, ਪਰ ਉਹਨਾਂ ਨੇ ਹੁਕਮ ਨੂੰ ਸਮਝਿਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨ ਹੋ ਗਈ। ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ, ਉਹਨਾਂ ਦੀ ਲਿਖੀ ਰਚਨਾ ਜਿਹੜੀ ਹੈ ਉਹ ਨਕਾਰੀ ਗਈ, ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਤੋ ਇਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਰਾਮ ਰਾਮ ਬੋਲਣਾ ਹੈ ਕਿ ਅੱਲਾ ਅੱਲਾ ਬੋਲਣਾ ਹੈ, ਹੱਜ ਜਾਣਾ ਹੈ ਕਿ ਤੀਰਥ ਜਾਣਾ ਹੈ, ਇਹ ਸਾਡੇ ਲਈ ਕੋਈ ਉਪਦੇਸ਼ ਨਹੀਂ ਹੈ। ਇਹ ਸਮਾਜ ਜੋ ਕਰ ਰਿਹਾ ਸੀ, ਗੁਰੂ ਜੀ ਉਹਦਾ ਜ਼ਿਕਰ ਕਰ ਰਹੇ ਨੇ ਅਤੇ ਆਖਰੀ ਪੰਕਤੀ ਵਿੱਚ ਆਪਣਾ ਨਿਰਣਾ ਦੇ ਰਹੇ ਨੇ। ਤੋ ਅਸੀਂ ਉਹ ਜਿਹੜਾ ਨਿਰਣਾ ਹੁੰਦਾ ਗੁਰੂ ਸਾਹਿਬ ਦਾ, ਅਸੀਂ ਉਸ ਨੂੰ ਆਪਣੇ ਲਈ ਉਪਦੇਸ਼ ਧਾਰਨ ਕਰਨ ਵਾਲਾ ਸਾਡੇ ਲਈ ਹੁੰਦਾ ਹੈ। ਇਹ ਹੈ ਇਹ ਸ਼ੈਲੀ ਕਿ ਅਸੀਂ ਪੂਰੇ ਸ਼ਬਦ ਵਿੱਚ, ਸਾਰੀਆਂ ਪੰਕਤੀਆਂ ਵਿੱਚ ਆਪਣੇ ਲਈ ਉਪਦੇਸ਼ ਨਹੀਂ ਸਮਝਣਾ, ਬਲਕਿ ਜੋ ਗੁਰੂ ਸਾਹਿਬ ਆਪਣਾ ਆਖਿਰ ਵਿੱਚ ਜਾ ਕੇ ਗਿਆਨ ਦਿੰਦੇ ਨੇ ਉਹ ਸਾਡੇ ਲਈ ਉਪਦੇਸ਼ ਹੁੰਦਾ ਹੈ। ਇਸ ਤਰ੍ਹਾਂ ਇੱਕ ਸ਼ਬਦ ਇਹ ਵੀ ਹੈ, ਅੰਤ ਸਮੇਂ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇ ਜੇ ਮਰੈ, ਸਰਬ ਜੋਨ ਵੱਲ ਵੱਲ ਉਤਰੈ। ਇਸ ਸ਼ਬਦ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ ਦ੍ਰਿੜ ਕਰਵਾਇਆ ਗਿਆ ਕਿ ਅੰਤ ਸਮੇਂ ਜਿਸ ਜਿਸ ਚੀਜ਼ ਨੂੰ ਤੁਸੀਂ ਸਿਮਰਦੇ ਹੋ ਵੈਸੀ ਵੈਸੀ ਜੂਨ ਧਾਰਨ ਕਰਦੇ ਹੋ। ਇਹ ਵੀ ਗੁਰਮਤਿ ਦਾ ਖਿਆਲ ਨਹੀਂ ਹੈ। ਗੁਰਮਤਿ ਐਸਾ ਕੋਈ ਨਿਰਣਾ ਨਹੀਂ ਦਿੰਦੀ ਵੀ ਕਿਹੜੇ ਕਰਮ ਕਿਤਿਆਂ ਨੂੰ ਕਿਹੜੀ ਜੂਨ ਮਿਲਣੀ ਹੈ, ਕਿਉਂਕਿ ਗੁਰਬਾਣੀ 'ਚ ਹੈ ਨਾ, ਇੱਕ ਦਜੀਆਂ ਇੱਕ ਦਬੀਆਂ, ਇੱਕ ਨਾ ਕੁੱਤੇ ਖਾਂ, ਇੱਕ ਪਾਣੀ ਵਿੱਚੋਂ ਸੁੱਟੀਆਂ, ਇੱਕ ਬੇਬਰ ਰਸਨ ਪਾਏ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਬੰਦੇ ਦੇ ਸਰੀਰ ਨੂੰ ਵੱਖ-ਵੱਖ ਤਰੀਕੇ ਨਾਲ ਬਿੱਲੇ ਲਾਇਆ ਜਾਂਦਾ ਹੈ, ਕੋਈ ਸਾੜਦਾ ਹੈ, ਕੋਈ ਦਬਦਾ ਹੈ, ਕੋਈ ਖੂਹ 'ਤੇ ਪਾ ਦਿੰਦਾ, ਪਰ ਉਹ ਜੀਵ ਆਤਮਾ ਨਿਕਲ ਕੇ ਕਿੱਥੇ ਚਲਾ ਗਿਆ, ਕਿੱਥੇ ਜਾਏ ਸਮਾਏ, ਇਹ ਨਹੀਂ ਕੋਈ ਦੱਸਿਆ ਜਾ ਸਕਦਾ। ਇਹ ਨਹੀਂ ਦੱਸਿਆ ਜਾ ਸਕਦਾ ਬਈ ਅੱਗੇ ਜਾ ਕੇ ਬੰਦਾ ਕਿਹੜੀ ਜੂਨ ਧਾਰਨ ਕਰਦਾ, ਇਹ ਨਹੀਂ ਦੱਸ ਸਕਦਾ। ਇਹ ਗੁਰਮਤਿ ਦਾ ਇਹ ਨਿਰਣਾ ਹੈ। ਲਿਹਾਜ਼ਾ ਇੱਥੇ ਜਿਹੜੇ ਇਹ ਨਿਰਣੇ ਦਿੱਤੇ ਜਾ ਰਹੇ ਨੇ ਬਈ ਇਸ ਚੀਜ਼ ਦਾ ਸਿਮਰਨ ਕੀਤਿਆਂ ਇਹ ਜੂਨ ਮਿਲ ਜਾਂਦੀ ਹੈ, ਇਹ ਅਣਮਤ ਦੇ ਖਿਆਲ ਸਨ। ਇਸ ਸ਼ਬਦ ਵਿੱਚ ਸਾਡੇ ਲਈ ਉਪਦੇਸ਼ ਵਾਲੀ ਗੱਲ ਇਹ ਹੈ ਕਿ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ। ਅਗਰ ਆਪ ਲੋਕਾਂ ਦਾ ਇਹ ਖਿਆਲ ਹੈ, ਉਹਨਾਂ ਲੋਕਾਂ ਨਾਲ ਗੁਰੂ ਜੀ ਗਿਆਨ ਦੀਆਂ ਗੱਲਾਂ ਕਰ ਰਹੇ ਸਨ ਜਿਹੜੇ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਇਹ ਕਰਮ ਕਿਤਿਆਂ ਇਹ ਜੂਨ ਮਿਲਦੀ ਹੈ, ਐਸਾ ਸਿਮਰਨ ਕਿਤਿਆਂ ਇਹ ਜੂਨ ਮਿਲਦੀ ਹੈ, ਉਹਨਾਂ ਨੂੰ ਗੁਰੂ ਜੀ ਸਮਝਾ ਰਹੇ ਸਨ। ਅਤੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਅਗਰ ਤੁਹਾਡਾ ਇਹ ਖਿਆਲ ਆ ਵੀ ਅੰਤ ਸਮੇਂ ਇਹ ਸਿਮਰਨ ਕਿਤਿਆਂ ਇੱਧਰ ਜਾਈਦਾ ਹੈ,
तो फिर हर वेले परमात्मा सिमरन करो, क्योंकि पता नहीं अंत काल किहड़ा होना, साडा आखिरी घड़ी किहड़ी होनी है, कि जिहड़ा श्वास लै रहे हाँ शायद इहो ही आखिरी श्वास होवे। इसलिए बई अरी भाई गोबिंद नाम मत विसरै, एक पल भी परमात्मा विसरना नहीं चाहिए। दम दम सदा संभालदा, दम ना बिरथा जाए। तो आखिरी पंक्ति विच है कि अंत समय नारायण सिमरै, ऐसी चिंता मेज मेरा बद तलोचन तेरा मुक्ता पितंबर मां कह हृदय वसा। कि बई अंत समय नारायण का सिमरन होना चाहिए, परमात्मा के सिमरन सुरती लगनी चाहिए। वो तां होएगा कि अरी भाई गोबिंद नाम मत विसरै। तो ये जिहड़ियां शब्द होंदे ने, इन्हां शब्दों में हर पंक्ति भी साडे लई उपदेश नहीं हुंदा, दूजी मतां दा ख्याल हुंदा, संसार दे चल रहे वरतारा हुंदा। तो वो वरतारे की गल सारी करके फिर गुरु जी सही गल जिहड़ी है ज्ञान की वो दृढ़ करवाते हैं। बाकी गल सारी साडे लई कर्मकांड ही बन जाती है। वाहिगुरू जी का खालसा, वाहिगुरू जी की फतेह।